ਅੱਗੇ ਪੜ੍ਹਦੇ ਹਾਂ ਜੀ। ਵਿਦ ਰੈਫਰੈਂਸ ਟੂ ਦ ਇਨਵੇਡਰਸ ਇਨ ਏਸ਼ੀਅੰਟ ਇੰਡੀਆ, ਪ੍ਰਾਚੀਨ ਭਾਰਤ ਵਿੱਚ ਜਿਹੜੇ ਬਾਹਰੋਂ ਹਮਲਾਵਰ ਆਏ ਸੀ ਉਹਨਾਂ ਦੇ ਸੰਦਰਭ ਵਿੱਚ ਗੱਲ ਹੋ ਰਹੀ ਹੈ। ਵਿਚ ਵਨ ਆਫ ਦ ਫੋਲੋਇੰਗ ਇਜ਼ ਦ ਕਰੈਕਟ ਕ੍ਰੋਨੋਲੋਜੀਕਲ ਆਰਡਰ। ਦੱਸੋ ਜੀ ਕ੍ਰੋਨੋਲੋਜੀ, ਪਹਿਲਾ ਕਿਹੜਾ ਆਇਆ, ਦੂਸਰਾ ਕਿਹੜਾ ਆਇਆ, ਫਿਰ ਬਾਅਦ ਵਿੱਚ ਕਿਹੜਾ ਆਇਆ। ਦੇਖੋ ਜੀ, ਗ੍ਰੀਕ, ਸ਼ਾਕਾ ਤੇ ਕੁਸ਼ਾਨ। ਗ੍ਰੀਕ ਯੂਨਾਨੀ, ਇਹ ਆਪਾਂ ਦੇਖਿਆ ਕਿ ਈਸਾ ਤੋਂ 300 ਸਾਲ ਪਹਿਲਾਂ ਸਿਕੰਦਰ ਆ ਗਿਆ ਸੀ ਜੀ, ਹਨਾ, ਸਿਕੰਦਰ ਆਇਆ ਸੀ ਇੱਧਰ ਨੂੰ। ਸ਼ੱਕ ਜਿਹੜੇ ਸੀਗੇ ਉਹ ਪਹਿਲਾਂ ਆਏ ਜਾਂ ਕੁਸ਼ਾਨ ਪਹਿਲਾਂ ਆਏ। ਸਾਨੂੰ ਪਤਾ ਕਿ ਕੁਸ਼ਾਨ ਦਾ ਇੱਕ ਕਿੰਗ ਸੀ ਕੋਈ, ਉਹਨੂੰ ਸਕਾਰੀ ਵੀ ਕਹਿੰਦੇ ਸੀ, ਮੀਨ ਉਹਨੂੰ ਸਾਕਾਵਾਂ ਨੂੰ ਹਰਾ ਦਿੱਤਾ ਸੀ। ਤੇ ਮੇਰੇ ਹਿਸਾਬ ਨਾਲ ਤਾਂ ਆਹੀ ਸੀਕੁਐਂਸ ਬਣਦੀ ਹੈ। ਦੇਖੋ ਆਹ ਟਾਈਮ ਪੀਰੀਅਡ ਆ ਈਸਾ ਦੇ ਪਹਿਲੇ ਦੂਜੇ ਸਾਲ ਈਸਵੀ ਦੇ ਕਰੀਬ ਦਾ, ਤੇ ਇੱਥੇ ਕਨਫਿਊਜ਼ਨ ਹੋ ਸਕਦੀ ਆ ਸਾਕਾ ਪਹਿਲਾਂ ਆਏ ਜਾਂ ਕੁਸ਼ਾਨ ਪਹਿਲਾਂ ਆਏ, ਕਿਉਂਕਿ ਕੁਸ਼ਾਨ ਇੱਕ ਰਾਜੇ ਨੇ ਸਾਕਾਵਾਂ ਨੂੰ ਹਰਾਇਆ ਸੀ ਤੇ ਉਹਦਾ ਨਾਮ ਸਕਾਰੀ ਪਿਆ ਸੀ, ਇਹਦਾ ਮਤਲਬ ਕੁਸ਼ਾਨ ਬਾਅਦ ਵਿੱਚ ਆਏ। ਮੇਰੇ ਹਿਸਾਬ ਨਾਲ ਤਾਂ ਇਹ ਆਨਸਰ ਆ ਜੀ, ਯੈਸ ਇਹ ਆਨਸਰ ਆ ਜੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ, ਦੇਖ ਲੈਂਦੇ ਹਾਂ ਜੀ ਸਟੇਟਮੈਂਟਸ। ਦ ਇਕਸ਼ਵਾਕੂ ਰੂਲਰਸ ਆਫ ਸਾਊਦਰਨ ਇੰਡੀਆ were antagonistic towards Buddhism। ਇਹ ਦੇਖੋ ਇਹ ਥੋੜੀ ਖਤਰਨਾਕ ਸਟੇਟਮੈਂਟ ਆ ਗਈ ਵੀ ਆਹ ਵਾਲੇ ਤੇ ਜਿਹੜੇ ਰਾਜੇ ਸੀ ਸਾਊਥ ਇੰਡੀਆ ਦੇ, ਇਹ ਬੌਧ ਧਰਮ ਦੇ ਖਿਲਾਫ ਸੀ। ਅਸੀਂ ਪੜ੍ਹਿਆ ਕਿ ਬੌਧ ਧਰਮ ਦੇ ਖਿਲਾਫ ਹਾਲੇ ਤੱਕ ਸਾਨੂੰ ਕੋਈ ਇਸ ਤਰ੍ਹਾਂ ਦੇ ਨਹੀਂ ਮਿਲੇ ਕਿ ਜਿਹੜੇ ਬੌਧ ਧਰਮ ਦੇ ਖਿਲਾਫ ਹੋਵੇ ਰਾਜਾ। ਇਹ ਥੋੜੀ ਐਂਟਾਗੋਨਿਸਟਿਕ, ਇਹ ਥੋੜੀ ਐਕਸਟ੍ਰੀਮ ਸਟੇਟਮੈਂਟ ਹੋ ਗਈ, ਇਹ ਤਾਂ ਹੋ ਗਈ ਗਲਤ, ਮਤਲਬ ਇਹਦੇ ਗਲਤ ਹੋਣ ਦੇ ਚਾਂਸ ਆ ਜ਼ਿਆਦਾ। ਦ ਪਾਲਾ ਰੂਲਰਸ ਆਫ ਈਸਟਰਨ ਇੰਡੀਆ were patrons of Buddhism। ਪੈਟਰਨਸ ਮਤਲਬ ਸਰਪ੍ਰਸਤੀ ਦਿੱਤੀ। ਪੂਰਬ ਵਾਲੇ ਇੰਡੀਆ, ਅੱਜ ਦੇ ਤੁਹਾਡੇ ਆਹ ਬੰਗਾਲ ਸਾਈਡ, ਪੱਛਮ ਬੰਗਾਲ ਸਾਈਡ, ਇੱਥੇ ਪਾਲਾ ਰੂਲਰਸ ਹੋਏ ਆ, ਕਹਿੰਦੇ ਉਹਨਾਂ ਨੇ ਬੁੱਧੀਜ਼ਮ ਨੂੰ ਸਰਪ੍ਰਸਤੀ ਦਿੱਤੀ। ਇਹ ਗੱਲ ਹੈ, ਉਹਨਾਂ ਨੇ ਬੁੱਧੀਜ਼ਮ ਨੂੰ ਸਰਪ੍ਰਸਤੀ ਦਿੱਤੀ ਸੀ। ਤਿੱਬਤਨ ਲੋਕਾਂ ਦਾ ਕਾਫੀ ਇਹਨਾਂ ਨਾਲ ਕੀ ਸੀਗਾ, ਅੱਛੇ ਸੰਬੰਧ ਸੀ। ਤੇ ਆਪਣੀ ਆਹ ਜਿਹੜੀ ਯੂਨੀਵਰਸਿਟੀ ਆ ਨਲੰਦਾ, ਉੱਥੇ ਵੀ ਉਹਨੂੰ ਇਹਨਾਂ ਨੇ ਪ੍ਰਮੋਟ ਕੀਤਾ। ਤਾਂ ਕਿਹੜੀ ਸਟੇਟਮੈਂਟ ਕਰੈਕਟ ਹੈ ਜੀ, ਕਿਹੜੀ ਹੋਈ ਜੀ ਫਿਰ, ਓਨਲੀ 2। ਠੀਕ ਹੈ ਜੀ। ਦ ਅਲਾਹਾਬਾਦ ਪਿਲਰ ਇਨਸਕ੍ਰਿਪਸ਼ਨ ਇਜ਼ ਐਸੋਸੀਏਟਡ ਵਿਦ ਵਿਚ ਵਨ ਆਫ ਦ ਫੋਲੋਇੰਗ। ਅਲਾਹਾਬਾਦ ਇੱਕ ਥੰਮ ਆ ਜੀ, ਉੱਥੇ ਅਸੀਂ ਪੜ੍ਹਿਆ ਇੱਕ ਥੰਮ ਆ ਅਲਾਹਾਬਾਦ ਵਿੱਚ, ਉਹਦੇ ਉੱਤੇ ਲਿਖਿਆ ਗਿਆ ਜੀ ਉਕਰਿਆ ਹੋਇਆ ਆ। ਹੁਣ ਇਹ ਕਿਹਦੇ ਨਾਲ ਸੰਬੰਧਿਤ ਆ, ਮਹਾਪਦਮ ਨੰਦ, ਚੰਦਰਗੁਪਤ ਮੌਰਿਆ, ਅਸ਼ੋਕ ਜਾਂ ਸਮੁੰਦਰਗੁਪਤ। ਅਸੀਂ ਪੜ੍ਹਿਆ ਕਿ ਇਹ ਸਮੁੰਦਰਗੁਪਤ ਦੇ ਨਾਲ ਸੰਬੰਧਿਤ ਆ। ਸਮੁੰਦਰਗੁਪਤ ਦੀ ਸਿਫਤ ਕਰਦੇ ਹੋਏ ਉਹਦੇ ਕੋਰਟ ਪੋਇਟ ਦਰਬਾਰੀ ਕਵੀ ਹਰੀ ਸੇਨ ਨੇ ਉਹਦੇ ਲਈ ਪ੍ਰਸ਼ੰਸਾ ਭਰੇ ਸ਼ਬਦ ਲਿਖੇ ਆ ਅਲਾਹਾਬਾਦ ਪਿੱਲਰ ਤੇ, ਥੰਮ ਤੇ। ਠੀਕ। ਵਾਟ ਡਜ਼ ਬੌਧਿਆਇਨ ਥਿਊਰਮ, ਬੌਧਿਆਇਨ ਥਿਊਰਮ ਜਿਹਨੂੰ ਬੌਧਿਆਇਨ ਸੁਲਭਾ ਸੂਤਰ ਵੀ ਕਹਿੰਦੇ ਆ, ਉਹ ਕਿਹਦੇ ਨਾਲ ਸੰਬੰਧਿਤ ਆ। ਠੀਕ ਹੈ, ਇਹ ਗੱਲਾਂ ਤੁਸੀਂ ਲਿਖ ਲਓ ਰਜਿਸਟਰ ਤੇ। ਇਹ ਸੰਬੰਧ ਆ ਜੀ ਲੈਂਥ ਆਫ ਸਾਈਡਸ ਆਫ ਏ ਰਾਈਟ ਐਂਗਲ ਟ੍ਰਾਇੰਗਲ। ਰਾਈਟ ਐਂਗਲ ਉਹ ਟ੍ਰਾਇੰਗਲ, ਉਹ ਤ੍ਰਿਭੁਜ ਜਿਹਦਾ ਇੱਕ ਐਂਗਲ 90 ਡਿਗਰੀ ਦਾ ਹੁੰਦਾ ਆ, ਤੇ ਅਸੀਂ ਕਹਿੰਦੇ ਆ ਕਿ ਪਾਇਥਾਗੋਰਸ ਥਿਊਰਮ ਤੁਹਾਨੂੰ ਯਾਦ ਹੋਏਗੀ। ਠੀਕ ਹੈ ਨਾ, ਤਾਂ ਇਹ ਵੀ ਲਗਭਗ ਪਾਇਥਾਗੋਰਸ ਥਿਊਰਮ ਦੇ ਮਤਲਬ ਉਹੀ ਗੱਲ ਹੀ ਕਰਦਾ ਆ, ਪਾਇਥਾਗੋਰਸ ਥਿਊਰਮ ਵਾਲੀ ਹੀ, ਵੀ ਆਧਾਰ ਦਾ ਸਕੁਅਰ ਪਲੱਸ ਬੇਸ ਦਾ ਸਕੁਅਰ ਬਰਾਬਰ ਕਿਹੜੇ ਹੁੰਦਾ, ਆ ਜਿਹੜਾ ਹਾਈਪੋਟੇਨਿਊਸ ਹੁੰਦਾ ਆ ਉਹਦੇ ਸਕੁਅਰ ਦੇ ਬਰਾਬਰ। ਤਾਂ ਜਿਹੜੀ ਹੁੰਦੀ ਹੈ ਨਾ ਪਾਇਥਾਗੋਰਸ ਥਿਊਰਮ ਰਾਈਟ ਐਂਗਲ ਟ੍ਰਾਇੰਗਲ ਵਾਲੀ, ਉਹਦੇ ਨਾਲ ਸੰਬੰਧਿਤ ਆ ਜੀ ਬੌਧਿਆਇਨ ਥਿਊਰਮ ਵੀ। ਠੀਕ ਹੈ ਜੀ। ਅਨੇਕਤਾਵਾਦ, ਅਨੇਕਤਾਵਾਦ ਮੀਨ ਵੀ ਜਿਹੜਾ ਸੱਚ ਆ ਨਾ ਉਹ ਕੋਈ ਇੱਕ ਨਹੀਂ ਆ। ਪੜ੍ਹਦੇ ਹਾਂ ਪਹਿਲਾਂ। ਅਨੇਕਤਾਵਾਦ ਇਜ਼ ਏ ਕੋਰ ਥਿਊਰੀ ਐਂਡ ਫਿਲੋਸਫੀ ਆਫ ਵਿਚ ਵਨ ਆਫ ਦ ਫੋਲੋਇੰਗ। ਕਿਹੜੇ ਧਰਮ ਵਿੱਚ ਅਨੇਕਤਾਵਾਦ ਦਾ ਸਿਧਾਂਤ ਆਉਂਦਾ ਜ਼ਿਆਦਾ, ਮੇਨ ਉਹਨਾਂ ਦੇ ਧਰਮ ਦਾ ਕੋਰ ਜਿਹੜਾ ਹੈ ਨਾ, ਮੇਨ ਹੈ ਜੀ ਉਹ ਹੈ ਅਨੇਕਤਾਵਾਦ। ਅਨੇਕਤਾਵਾਦ ਹੁੰਦਾ ਜੀ ਕਿ ਜਿਹੜੀ ਸੱਚਾਈ ਹੈ ਨਾ, ਅਲਟੀਮੇਟ ਰਿਐਲਿਟੀ ਹੈ ਜਿਹੜੀ, ਉਹ ਕੋਈ ਇੱਕ ਨਹੀਂ ਹੈਗੀ। ਹਰ ਕਿਸੇ ਨੂੰ ਆਪਣੇ ਹਿਸਾਬ ਨਾਲ ਸੱਚਾਈ ਅਲੱਗ-ਅਲੱਗ ਤਰ੍ਹਾਂ ਲੱਗਦੀ ਆ, ਤੇ ਕਿਸੇ ਇੱਕ ਸਮੇਂ ਵਿੱਚ ਇੱਕ ਪ੍ਰਮੁੱਖ ਐਂਗਲ ਜ਼ਿਆਦਾ
ਡੋਮੀਨੈਂਟ ਹੁੰਦਾ। ਸਿੰਪਲ ਅਸੀਂ ਕਹਿ ਦਈਏ ਕਿ ਸੱਚਾਈ ਇੱਕ ਨਹੀਂ, ਹਰ ਬੰਦੇ ਦੇ ਹਿਸਾਬ ਨਾਲ ਅਲਟੀਮੇਟ ਰਿਐਲਿਟੀ ਅਲੱਗ-ਅਲੱਗ ਹੁੰਦੀ ਆ। ਅਲਟੀਮੇਟ ਰਿਐਲਿਟੀ ਸਮਝਦੇ ਜੀ ਵੀ ਇਹ ਸੰਸਾਰ ਕੀ ਆ, ਅਸੀਂ ਕਿੱਥੋਂ ਆਏ ਆ ਤੇ ਸਾਡਾ ਕੀ ਬਣਨਾ, ਸੰਸਾਰ ਨੂੰ ਚਲਾਉਣ ਵਾਲੇ ਨਿਯਮ ਕੀ ਆ, ਇਸ ਤਰ੍ਹਾਂ ਦੀਆਂ ਗੱਲਾਂ, ਇਹਨੂੰ ਕਹਿੰਦੇ ਵੀ ਅਲਟੀਮੇਟ ਰਿਐਲਿਟੀ। ਤੇ ਉਹ ਬ੍ਰਹਮ ਕੀ ਆ, ਸਾਨੂੰ ਚਲਾਉਣ ਵਾਲਾ ਕੌਣ ਆ, ਇਸ ਤਰ੍ਹਾਂ ਦੀਆਂ ਗੱਲਾਂ। ਤੇ ਇਹ ਅਨੇਕਤਾਵਾਦ ਦਾ ਸਿਧਾਂਤ ਕਿਹੜੇ ਧਰਮ ਦਾ ਮੇਨ ਕੋਰ ਥਿਊਰੀ ਆ, ਯਾਦ ਰੱਖਣਾ ਜੀ ਤੁਸੀਂ, ਜੈਨ ਧਰਮ ਦੀ ਮੇਨ ਥਿਊਰੀ ਹੈ ਜੀ ਅਨੇਕਤਾਵਾਦ ਦਾ ਸਿਧਾਂਤ। ਲਿਖ ਲਿਓ ਇਹਨੂੰ। ਅਨੇਕਤਾਵਾਦ ਪ੍ਰਾਚੀਨ ਭਾਰਤ ਵਿੱਚ ਉੱਭਰਨ ਵਾਲੇ ਅਧਿਆਤਮਿਕ ਸੱਚਾਂ ਬਾਰੇ ਜੈਨ ਸਿਧਾਂਤ ਹੈ। ਅਧਿਆਤਮਿਕ ਸੱਚ ਆਪਾਂ ਗੱਲ ਕੀਤੀ ਕਿ ਅਸੀਂ ਕੀ ਆ, ਆਤਮਾ ਕੀ ਆ, ਪਰਮਾਤਮਾ ਕੀ ਆ, ਮਰਨ ਤੋਂ ਬਾਅਦ ਅਸੀਂ ਕਿੱਥੇ ਜਾਂਦੇ ਹਾਂ, ਇਸ ਤਰ੍ਹਾਂ ਦੀਆਂ ਗੱਲਾਂ। ਇਹ ਦੱਸਦਾ ਹੈ ਕਿ ਅੰਤਮ ਸੱਚ ਮਤਲਬ ਅਲਟੀਮੇਟ ਰਿਐਲਿਟੀ ਅਤੇ ਅਸਲੀਅਤ ਗੁੰਝਲਦਾਰ ਹੈ, ਉਹ ਇੰਨੀ ਸਿੱਧੀ ਨਹੀਂ ਹੈ, ਉਹ ਕੰਪਲੈਕਸ ਆ ਅਲਟੀਮੇਟ ਰਿਐਲਿਟੀ, ਅਤੇ ਇਸ ਦੇ ਕਈ ਪਹਿਲੂ ਹਨ, ਕਈ ਡਿਮੈਂਸ਼ਨਸ ਹਨ। ਜੈਨ ਧਰਮ ਦੇ ਅਨੁਸਾਰ ਕੋਈ ਇਕੱਲਾ ਖਾਸ ਕਥਨ ਹੋਂਦ ਦੀ ਪ੍ਰਕਿਰਤੀ ਅਤੇ ਪੂਰਨ ਸੱਚ ਦਾ ਵਰਣਨ ਨਹੀਂ ਕਰ ਸਕਦਾ, ਵੀ ਕੋਈ ਇੱਕ ਨਹੀਂ ਪੂਰੀ ਤਰ੍ਹਾਂ ਡਿਫਾਈਨ ਕਰ ਸਕਦਾ ਕਿ ਇਹ ਨੇਚਰ ਕੀ ਆ, ਅਲਟੀਮੇਟ ਰਿਐਲਿਟੀ ਕੀ ਆ। ਇਹ ਗਿਆਨ ਕੇਵਲ ਅਰਿਹੰਤ ਦੁਆਰਾ ਸਮਝਿਆ ਜਾਂਦਾ ਹੈ। ਤਾਂ ਜਿਹੜਾ ਅਲਟੀਮੇਟ ਗਿਆਨ ਹੁੰਦਾ ਨਾ, ਜੈਨਿਜ਼ਮ ਵਿੱਚ ਉਹਨੂੰ ਕਹਿੰਦੇ ਆ ਕੇਵਲ ਗਿਆਨ। ਇਹ ਯਾਦ ਰੱਖਣਾ ਤੁਸੀਂ, ਕੇਵਲ ਗਿਆਨ ਕੀ ਆ, ਜੈਨ ਧਰਮ ਵਿੱਚ ਜਿਹੜਾ ਅਲਟੀਮੇਟ ਰਿਐਲਿਟੀ ਆ ਉਹਨੂੰ ਕਹਿ ਦਿੰਦੇ ਆ ਜੀ ਕੇਵਲ ਗਿਆਨ। ਠੀਕ ਹੈ ਜੀ। ਤੇ ਜਿਹਨੂੰ ਇਹ ਮਿਲ ਗਿਆ ਉਹਨੂੰ ਕਹਿੰਦੇ ਜੀ ਅਰਿਹੰਤ। ਉਹ ਬੰਦਾ ਕਿਹੜਾ ਆ, ਜਿਹਨੂੰ ਕੇਵਲ ਗਿਆਨ ਦਾ ਪਤਾ ਲੱਗ ਗਿਆ, ਉਹਨੂੰ ਕਹਿੰਦੇ ਜੀ ਅਰਿਹੰਤ। ਤੇ ਇਹ ਕੇਵਲ ਗਿਆਨ ਕੇਵਲ ਅਰਿਹੰਤ ਦੁਆਰਾ ਸਮਝਿਆ ਜਾਂਦਾ ਹੈ। ਆਹ ਟਰਮੀਨੋਲੋਜੀਆਂ ਯਾਦ ਰੱਖਣੀਆਂ ਤੁਸੀਂ, ਕੇਵਲ ਗਿਆਨ ਕੀ ਆ, ਕਿਹੜੇ ਧਰਮ ਵਿੱਚ ਆਉਂਦਾ ਆ, ਅਰਿਹੰਤ ਕੀ ਆ। ਠੀਕ ਹੈ ਨਾ। ਅਰਿਹੰਤ ਹੁੰਦਾ ਜੀ ਸੰਸਾਰ ਸਮੁੰਦਰ ਨੂੰ ਪਾਰ ਕਰਾਉਣ ਵਾਲਾ, ਤੇ ਅਰਿਹੰਤ ਬੰਦਾ ਇਹ ਕੇਵਲ ਗਿਆਨ ਨੂੰ ਸਮਝ ਲੈਂਦਾ। ਅਨੇਕਤਾਵਾਦ ਜੈਨ ਧਰਮ ਦਾ ਇੱਕ ਬੁਨਿਆਦੀ ਸਿਧਾਂਤ ਹੈ। ਠੀਕ ਹੈ ਜੀ। ਅਗਲਾ ਪ੍ਰਸ਼ਨ ਦੇਖੋ ਜੀ। There are only two known examples of cave paintings of the Gupta period in ancient India। ਪ੍ਰਾਚੀਨ ਭਾਰਤ ਵਿੱਚ ਜੇ ਆਪਾਂ ਗੁਪਤ ਕਾਲ ਦੀ ਗੱਲ ਕਰੀਏ ਤਾਂ ਜਿਹੜੀ ਕੇਵ ਪੇਂਟਿੰਗ ਹੁੰਦੀ ਨਾ, ਗੁਫਾਵਾਂ ਦੇ ਅੰਦਰ ਪੇਂਟਿੰਗ ਬਣਾਈ ਗਈ, ਤਾਂ ਉਹਦੀਆਂ ਦੋ ਐਗਜ਼ਾਮਪਲਾਂ ਹੀ ਮਿਲਦੀਆਂ ਆ। ਤਾਂ ਜੇ ਸਿਰਫ ਦੋ ਐਗਜ਼ਾਮਪਲਾਂ ਹੀ ਮਿਲਦੀਆਂ ਤਾਂ ਦੋਨੋਂ ਇੰਪੋਰਟੈਂਟ ਹੋ ਗਈਆਂ। One of these paintings are of ਅਜੰਤਾ ਕੇਵਸ। ਇੱਕ ਹੈ ਜੀ ਅਜੰਤਾ ਦੀਆਂ ਗੁਫਾਵਾਂ। ਹੁਣ ਗੱਲ ਆਉਂਦੀ ਹੈ ਦੂਸਰੀ ਕਿੱਥੇ ਆ, Where is the other surviving example of Gupta paintings? ਉਹ ਕਿੱਥੇ ਆ ਜੀ। ਦੇਖੋ ਜੀ, ਬਾਗ ਕੇਵ, ਅਲੋਰਾ ਕੇਵਸ, ਲੋਮਸ ਰਿਸ਼ੀ ਕੇਵ ਤੇ ਨਾਸਿਕ ਕੇਵ। ਠੀਕ ਹੈ ਜੀ। ਅਲੋਰਾ ਤਾਂ ਤੁਹਾਨੂੰ ਪਤਾ ਮਹਾਰਾਸ਼ਟਰ ਵਿੱਚ ਹੈ ਨਾ। ਤੇ ਅਲੋਰਾ ਦਾ ਟਾਈਮ ਥੋੜਾ ਅਜੰਤਾ ਤੋਂ ਬਾਅਦ ਵਾਲਾ ਆ। ਆਪਾਂ ਦੇਖਿਆ ਕਿ ਰਾਸ਼ਟਰਕੂਟਾਂ ਨੇ ਇੱਥੇ ਕੈਲਾਸ਼ ਟੈਂਪਲ ਬਣਾਇਆ ਸੀ। ਲੋਮਸ ਰਿਸ਼ੀ ਕੇਵ ਹੈਗੀ ਤੁਹਾਡੀਆਂ ਬਿਹਾਰ ਵਿੱਚ। ਨਾਸਿਕ ਕੇਵ ਦਾ ਸਾਨੂੰ ਪਤਾ ਨਹੀਂ, ਤੇ ਬਾਗ ਕੇਵ ਤੇ ਨਾਸਿਕ ਕੇਵ ਵਿੱਚ ਹੁਣ ਕੁੰਡੀ ਫਸ ਗਈ। ਆਨਸਰ ਹੈ ਜੀ ਬਾਗ ਕੇਵਸ। ਬਾਗ ਕੇਵਸ ਕਿੱਥੇ ਆ ਇਹ, ਸੈਂਟਰਲ ਇੰਡੀਆ, ਮੱਧ ਪ੍ਰਦੇਸ਼ ਵਿੱਚ। ਇਹ ਵੀ ਕੀ ਆ, ਕਦੋਂ ਬਣਾਈਆਂ ਗਈਆਂ, ਗੁਪਤ ਕਾਲ ਦੇ ਦੌਰਾਨ ਹੀ। ਠੀਕ ਆ। ਆਹ ਲੋਮਸ ਰਿਸ਼ੀ ਕੇਵਸ ਯਾਦ ਰੱਖੋ, ਜਿਹੜੀ ਬਿਹਾਰ 'ਚ ਅਸੀਂ ਪੜ੍ਹੀਆਂ ਸੀ, ਇਹ ਅਸ਼ੋਕਾ ਦੇ ਟਾਈਮ ਦੀਆਂ। ਇਹ ਅਸ਼ੋਕਾ ਨੇ ਆਜੀਵਿਕਾ ਸੈਕਟ ਜਿਹੜਾ ਸੀ ਨਾ, ਆਜੀਵਿਕਾ ਸੰਪਰਦਾਇ, ਉਹਨਾਂ ਲਈ ਬਣਾਈਆਂ ਸੀਗੀਆਂ ਲੋਮਸ ਰਿਸ਼ੀ। ਇਹਦਾ ਮਤਲਬ ਇਹ ਬਹੁਤ ਪਹਿਲਾਂ ਦੀਆਂ ਹੋ ਗਈਆਂ। ਤੇ ਬਾਗ ਕੇਵ ਆ ਗੁਪਤ ਕਾਲ ਦੀਆਂ। ਬਾਗ ਗੁਫਾਵਾਂ ਤੇ ਅਜੰਤਾ ਦੀਆਂ ਗੁਫਾਵਾਂ ਇਹ ਗੁਪਤ ਕਾਲ ਦੀਆਂ ਆ। ਗੁਪਤ ਕਾਲ ਕਿਹੜਾ ਸੀ ਹੁਣ ਯਾਦ ਕਰੋ, 4ਵੀਂ-5ਵੀਂ ਸ਼ਤਾਬਦੀ ਜਿਹੜੀਆਂ ਸੀਗੀਆਂ ਉਹ ਗੁਪਤ ਕਾਲ ਦੀਆਂ ਸੀਗੀਆਂ। ਅੱਗੇ ਦੇਖਦੇ ਜੀ। India maintained its early cultural contacts and trade links with the Southeast Asia across the Bay of Bengal। Southeast Asia ਕਿਹੜੀ ਕੰਟਰੀਆਂ ਹੋ ਗਈਆਂ ਯਾਦ ਕਰੋ, ਇੰਡੋਨੇਸ਼ੀਆ, ਮਲੇਸ਼ੀਆ ਵਗੈਰਾ, ਬਾਲੀ ਬੁਲੀ, ਇਹ ਸਾਰੀਆਂ ਕਿਹੜੀਆਂ ਹੋ ਗਈਆਂ, ਸਾਊਥ ਈਸਟ ਏਸ਼ੀਆ ਦਾ ਰੀਜਨ। ਹੁਣ ਅਸੀਂ ਬਹੁਤ ਸਮੇਂ ਪਹਿਲੇ ਤੋਂ ਹੀ ਇਹਨਾਂ ਦੇਸ਼ਾਂ ਨਾਲ ਆਪਣੇ ਸੱਭਿਆਚਾਰਕ ਤੇ ਵਪਾਰਕ ਲਿੰਕ ਸਥਾਪਿਤ ਕਰਕੇ ਰੱਖੇ ਸੀ। For this preeminence of early maritime history of Bay of Bengal, which of the following could be the most convincing explanation? ਕੀ ਹੈ ਦੱਸੋ ਜੀ।
ਵੀ ਅਸੀਂ ਕਾਫੀ ਸਮੇਂ ਪਹਿਲਾਂ ਹੀ ਇਹ ਲਿੰਕ ਬਣਾ ਲਏ। ਇਹਦਾ ਕੀ ਰੀਜ਼ਨ ਹੋ ਸਕਦਾ ਆ, ਪੜ੍ਹ ਲੈਂਦੇ ਜੀ। ਐਜ਼ ਕੰਪੇਅਰ ਟੂ ਅਦਰ ਕੰਟਰੀਜ਼, ਦੂਸਰੀਆਂ ਦੇਸ਼ਾਂ ਦੇ ਤੁਲਨਾ ਵਿੱਚ ਇੰਡੀਆ ਹੈਡ ਏ ਬੈਟਰ ਸ਼ਿਪ ਬਿਲਡਿੰਗ ਟੈਕਨੋਲੋਜੀ ਇਨ ਏਸ਼ੀਅੰਟ ਐਂਡ ਮਿਡੀਵਲ ਟਾਈਮਸ। ਭਾਰਤੀਆਂ ਕੋਲ ਜਿਹੜਾ ਸਮੁੰਦਰੀ ਜਹਾਜ਼ ਬਣਾਉਣ ਦੀ ਟੈਕਨੋਲੋਜੀ ਵਧੀਆ ਸੀ, ਇਸ ਕਰਕੇ ਅਸੀਂ ਸਾਊਥ ਈਸਟ ਏਸ਼ੀਆ ਕੰਟਰੀ ਨਾਲ, ਇਹਨਾਂ ਦੇਸ਼ਾਂ ਨਾਲ ਜ਼ਿਆਦਾ ਵਧੀਆ ਸੰਬੰਧ ਬਣਾ ਲਏ। ਇੱਕ ਕਾਰਨ ਹੋ ਸਕਦਾ, ਨਹੀਂ ਵੀ ਹੋ ਸਕਦਾ, ਛੱਡੋ। ਦ ਰੂਲਰਸ ਆਫ ਸਾਊਥਰਨ ਇੰਡੀਆ always patronized traders, Brahmins, priests, Buddhist monks in this context। ਵੀ ਅਸੀਂ ਹਿੰਦੂ ਧਰਮ ਨੂੰ ਵੀ ਸਾਡੇ ਭਾਰਤੀ ਰਾਜਿਆਂ ਨੇ, ਖਾਸ ਤੌਰ ਤੇ ਦੱਖਣ ਭਾਰਤੀ ਰਾਜਿਆਂ ਨੇ ਬ੍ਰਾਹਮਣਾਂ ਨੂੰ, ਪੁਜਾਰੀਆਂ ਨੂੰ ਤੇ ਬੌਧਿਸਟ ਮੌਂਕਸ ਨੂੰ ਕੀ ਕੀਤਾ, ਪੈਟਰੋਨਾਈਜ਼ ਕੀਤਾ, ਉਹਨੂੰ ਸਰਪ੍ਰਸਤੀ ਦਿੱਤੀ, ਨਾਲ ਦੀ ਨਾਲ ਟ੍ਰੇਡਰਸ ਨੂੰ ਫਿਰ ਸਰਪ੍ਰਸਤੀ ਦਿੱਤੀ ਤਾਂ ਇਹਨਾਂ ਨੇ ਆਪਣਾ ਧਰਮ ਤੇ ਆਪਣਾ ਟ੍ਰੇਡ ਸਾਊਥ ਈਸਟ ਏਸ਼ੀਆ ਏਰੀਏ ਵਿੱਚ ਜਾ ਕੇ ਫੈਲਾਇਆ। ਇਹ ਵੀ ਕਾਰਨ ਹੋ ਸਕਦਾ ਜੀ। ਮਾਨਸੂਨ ਵਾਈਂਡਸ ਅਕ੍ਰੋਸ ਦਾ ਬੇ ਆਫ ਬੰਗਾਲ ਫੈਸਿਲੀਟੇਟਡ ਸੀ ਵੋਇਸਸ। ਜਿਹੜਾ ਬੰਗਾਲ ਦੀ ਖਾੜੀਆਂ ਵਿੱਚ ਬੇ ਆਫ ਬੰਗਾਲ ਆ, ਉਹਦੇ ਵਿੱਚ ਇਸ ਤਰ੍ਹਾਂ ਦੀ ਮਾਨਸੂਨ ਚੱਲਦੀ ਆ ਕਿ ਸਮੁੰਦਰੀ ਯਾਤਰਾ ਕਰਨੀ ਆਸਾਨ ਹੁੰਦੀ ਆ। ਤੁਹਾਨੂੰ ਲੱਗੇਗਾ ਇਹ ਵੀ ਸਹੀ ਆ, ਪਰ ਜਿਹੜਾ ਸੋਚੋ, ਜਦੋਂ ਮਾਨਸੂਨ ਆਉਂਦਾ ਆ ਉਹ ਕਿੱਦਾਂ ਜਾਂਦਾ ਆ, ਐਂ ਆਉਂਦਾ ਆ, ਹੈ ਨਾ, ਐਂ ਆਉਂਦਾ ਆ ਤੇ ਐਂ ਭਾਰਤ ਵਿੱਚ ਐਂਟਰ ਕਰਦਾ, ਹੈ ਨਾ। ਇੱਥੇ ਇੱਕ ਪਹਾੜੀਆਂ ਹੈਗੀਆਂ ਤੇ ਇਹ ਵੀ ਸਾਨੂੰ ਕੋਈ ਪਤਾ ਨਹੀਂ ਹੈ ਜਾਂ ਨਹੀਂ ਹੈ, ਜਾਂ ਪਹਿਲਾ ਤੇ ਦੂਸਰਾ ਦੋਨੋਂ ਸਹੀ ਆ। ਅਸਲੀ ਇੱਥੇ ਦੇਖੋ ਨਾ, ਇੰਡੀਆ ਕੋਲ ਜਹਾਜ਼ ਬਣਾਉਣ ਦਾ ਵਧੀਆ ਟੈਕਨੋਲੋਜੀ ਸੀ ਦੂਸਰੇ ਦੇਸ਼ਾਂ ਦੇ ਕੰਪੈਰੀਜ਼ਨ। ਦੂਸਰੇ ਦੇਸ਼ਾਂ ਕੋਲ ਵੀ ਸੀਗੀਆਂ ਟੈਕਨੋਲੋਜੀਆਂ। ਹੁਣ ਇਹ ਪ੍ਰਸ਼ਨ ਟਫ ਹੋ ਗਿਆ। ਇਹ ਦੇਖਣ ਨੂੰ ਆਸਾਨ ਲੱਗਦਾ ਪਰ ਟਫ ਆ। ਤੇ ਜੋ ਆਨਸਰ ਕੀ ਦੇ ਹਿਸਾਬ ਨਾਲ ਨਾ ਕਾਫੀ ਕੋਚਿੰਗਾਂ ਨੇ ਬੀ ਆਨਸਰ ਦੱਸਿਆ ਜੀ। ਬੀ ਵੀ ਸਾਡੇ ਰਾਜਿਆਂ ਨੇ ਸਾਰੇ ਧਰਮਾਂ ਨੂੰ ਤੇ ਵਪਾਰੀਆਂ ਨੂੰ ਸਰਪ੍ਰਸਤੀ ਦਿੱਤੀ ਤੇ ਇਹਦੇ ਕਰਕੇ ਵੀ ਸਾਡੇ ਜਿਹੜੇ ਸੱਭਿਆਚਾਰਕ ਸੰਬੰਧ ਸੀ ਤੇ ਟ੍ਰੇਡ ਲਿੰਕ ਸੀ, ਇਹਨਾਂ ਨਾਲ ਵਧੀਆ ਰਹੇ। ਇਹ ਬੀ ਆਨਸਰ ਆ ਜੀ, ਐਗਜ਼ੈਕਟ। ਏ ਬੀ ਵੀ ਹੋ ਸਕਦਾ ਆ, ਪਰ ਸ਼ਿਪ ਬਿਲਡਿੰਗ ਕੋਈ ਉਹਨਾਂ ਸਾਡੇ ਕੋਲ ਜ਼ਿਆਦਾ ਟੈਕਨੋਲੋਜੀ ਸੀ, ਦੂਸਰਿਆਂ ਕੋਲ ਘੱਟ ਸੀ। ਇਹ ਤਾਂ ਹੁਣ ਤੁਸੀਂ ਦੇਖੋ ਨਾ ਕਿ ਸਿੰਧੂ ਘਾਟੀ ਦੇ ਸਮੇਂ ਵੀ ਸਾਡੇ ਇੱਧਰ ਮੈਸੋਪੋਟਾਮੀਆ, ਹੋਰ ਆਪਣੇ ਵੈਸਟਰਨ ਕੰਟਰੀਜ਼ ਨਾਲ, ਜਿਹੜੀਆਂ ਅਰਬ ਕੰਟਰੀਆਂ ਨਾਲ ਚੰਗੇ ਵਪਾਰ ਸੀ, ਤਾਂ ਸ਼ਿਪ ਬਿਲਡਿੰਗ ਠੀਕ ਠਾਕ ਸੀ ਜੀ। ਇਹ ਵੀ ਕਾਰਨ ਹੋ ਸਕਦਾ, ਨਹੀਂ ਹੋ ਸਕਦਾ, ਪਰ ਮੇਨ ਕਾਰਨ ਆਨਸਰ ਹੈ ਜੀ ਬੀ। ਅੱਗੇ ਦੇਖੋ, ਦ ਜੈਨ ਫਿਲੋਸਫੀ ਹੋਲਡਸ ਡੈਟ ਦ ਵਰਲਡ ਇਜ਼ ਕ੍ਰੀਏਟਡ ਐਂਡ ਮੇਨਟੇਨ ਬਾਏ। ਜੈਨ ਦਰਸ਼ਨ ਕੀ ਕਹਿੰਦਾ ਆ, ਜੈਨ ਫਿਲੋਸਫੀ ਕੀ ਕਹਿੰਦੀ ਆ ਕਿ ਇਹ ਜਿਹੜਾ ਸਾਰਾ ਸੰਸਾਰ ਆ, ਇਹ ਕਿਹਨੇ ਕ੍ਰੀਏਟ ਕੀਤਾ ਤੇ ਇਹਨੂੰ ਕੌਣ ਮੇਨਟੇਨ ਕਰਦਾ। ਯੂਨੀਵਰਸਲ ਲਾਅ, ਯੂਨੀਵਰਸਲ ਟਰੁੱਥ, ਯੂਨੀਵਰਸਲ ਫੇਥ, ਯੂਨੀਵਰਸਲ ਸੋਲ। ਇਹ ਹੈ ਜੀ ਯੂਨੀਵਰਸਲ ਲਾਅ। ਜੈਨ ਧਰਮ ਪਰਮਾਤਮਾ ਦੀ ਗੱਲ ਨਹੀਂ ਕਰਦਾ, ਉਹ ਰੱਬ ਦੀ ਗੱਲ ਨਹੀਂ ਕਰਦਾ, ਤੇ ਇਹ ਕਹਿੰਦਾ ਕਿ ਜਿਹੜਾ ਸਾਰਾ ਸੰਸਾਰ ਆ ਉਹ ਇੱਕ ਯੂਨੀਵਰਸਲ ਲਾਅ ਦੇ ਤਹਿਤ ਬਣਿਆ ਤੇ ਮੇਨਟੇਨ ਹੋ ਰਿਹਾ ਆ। ਯੂਨੀਵਰਸਲ ਲਾਅ ਇਹ ਤੁਸੀਂ ਯਾਦ ਰੱਖਣਾ ਕਿ ਜੈਨ ਧਰਮ ਕਹਿੰਦਾ ਕਿ ਭਗਵਾਨ ਮਤਲਬ ਇੰਨਾ ਵਿਸ਼ਵਾਸ ਨਹੀਂ ਕਰਦਾ, ਭਗਵਾਨ ਦੀ ਗੱਲ ਨਹੀਂ ਕਰਦਾ। ਤਾਂ ਜਿਹੜਾ ਬੁੱਧ ਆ ਉਹ ਵੀ ਨਾਸਤਿਕ ਨਹੀਂ ਹੈਗਾ, ਉਹ ਐਗਨੋਸਟਿਕ ਆ। ਐਗਨੋਸਟਿਕ ਦਾ ਮਤਲਬ ਉਹ ਇਹ ਵੀ ਨਹੀਂ ਕਹਿੰਦਾ ਕਿ ਰੱਬ ਹੈ ਤੇ ਉਹ ਇਹ ਵੀ ਨਹੀਂ ਕਹਿੰਦਾ ਕਿ ਰੱਬ ਨਹੀਂ ਹੈ। ਉਹ ਕਹਿੰਦਾ ਕਿ ਇਹ ਸਭ ਪ੍ਰਸ਼ਨ ਵਿਅਰਥ ਆ, ਗੱਲਾਂ ਕੁਛ ਹੋਰ ਆ। ਇਹਨਾਂ ਨੂੰ ਕਹਿੰਦੇ ਜੀ ਐਗਨੋਸਟਿਕ, ਐਗਨੋਸਟਿਕ ਕਹਿੰਦੇ ਇਹਨਾਂ ਨੂੰ, ਠੀਕ ਹੈ ਜੀ। ਅੱਗੇ ਦੇਖੋ, ਦੇਖ ਲੈਂਦੇ ਜੀ। ਜੈਨ ਧਰਮ ਕਿਸੇ ਸਿਰਜਣਹਾਰ ਦੇਵਤੇ ਵਿੱਚ ਵਿਸ਼ਵਾਸ ਦਾ ਸਮਰਥਨ ਨਹੀਂ ਕਰਦਾ। ਸਾਰੀ ਧਰਤੀ ਨੂੰ, ਸਾਰੇ ਸੰਸਾਰ ਨੂੰ ਕਿਸੇ ਦੇਵਤੇ ਨੇ ਨਹੀਂ ਬਣਾਇਆ। ਜੈਨ ਸਿਧਾਂਤ ਦੇ ਅਨੁਸਾਰ ਬ੍ਰਹਮੰਡ ਅਤੇ ਇਸ ਦੇ ਤੱਤ, ਕਿਹੜੇ ਕਿਹੜੇ ਤੱਤ, ਆਤਮਾ, ਪਦਾਰਥ, ਸਪੇਸ, ਆਊਟਰ ਸਪੇਸ, ਸਮਾਂ, ਗਤੀ, ਇਹ ਹਮੇਸ਼ਾ ਮੌਜੂਦ ਰਹੇ ਹਨ। ਸਾਰੇ ਤੱਤ ਅਤੇ ਕਿਰਿਆਵਾਂ ਵਿਸ਼ਵ ਵਿਆਪੀ ਕੁਦਰਤੀ ਨਿਯਮਾਂ ਅਨੁਸਾਰ ਨਿਯੰਤਰਿਤ ਹੁੰਦੀਆਂ ਹਨ, ਠੀਕ ਹੈ ਨਾ, ਨੈਚੁਰਲ ਲਾਜ਼ ਦੇ ਹਿਸਾਬ ਨਾਲ ਚੱਲਦਾ ਕੰਮ। ਅੱਗੇ ਦੇਖੋ ਜੀ, ਰਿਗਾਰਡਿੰਗ ਦਾ ਇੰਡਸ ਵੈਲੀ ਸਿਵਲਾਈਜੇਸ਼ਨ, ਸਿੰਧੂ ਘਾਟੀ ਸਭਿਅਤਾ ਦੀ ਗੱਲ ਕਰੀਏ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਆਹ ਸਟੇਟਮੈਂਟਾਂ ਦਿੱਤੀਆਂ ਆ। ਵਿਚ ਆਫ these statements are correct? ਇਹਨਾਂ ਚੋਂ ਕਿਹੜੀਆਂ ਕਿਹੜੀਆਂ ਸਹੀ ਆ। It was predominantly a secular civilization। ਸਿੰਧੂ ਘਾਟੀ ਦੀ ਸਭਿਅਤਾ ਧਰਮ ਨਿਰਪੇਖ ਸਭਿਅਤਾ ਸੀ। predominantly ਮਤਲਬ ਮੇਨ, ਮੁੱਖ ਤੌਰ ਤੇ
ਧਰਮ ਨਿਰਪੇਖ ਸਭਿਅਤਾ ਸੀ ਅਤੇ ਰਿਲੀਜੀਅਸ ਐਲੀਮੈਂਟ ਦਾ ਪ੍ਰੈਜ਼ੈਂਟ ਡਿਡ ਨਾਟ ਡੋਮੀਨੇਟ ਦਾ ਸੀਨ। ਧਾਰਮਿਕ ਰੀਤੀ ਰਿਵਾਜ, ਧਾਰਮਿਕ ਐਂਗਲ ਵੀ ਸੀਗਾ, ਪਰ ਇਹ ਕੋਈ ਇੰਨਾ ਆਮ ਬੰਦੇ ਦੀ ਜ਼ਿੰਦਗੀ ਵਿੱਚ ਡੋਮੀਨੇਟ ਨਹੀਂ ਸੀਗਾ। ਇਹ ਨਹੀਂ ਸੀ ਕਿ ਉਹ ਧਰਮ ਦੇ ਦੁਆਲੇ ਹੀ ਕੇਂਦਰਿਤ ਸੀ। ਇਹ ਗੱਲ ਸਹੀ ਹੈ ਜੀ। ਉਸ ਸਮੇਂ ਦੇ ਦੇਖੋ ਇਸ ਤਰ੍ਹਾਂ ਦੇ ਖੋਜਾਂ ਮਿਲੀਆਂ ਕਿ ਉਹ ਲੋਕ ਕੋਈ ਦੇਵੀ ਦੀ ਜਾਂ ਦੇਵਤੇ ਦੀ ਪੂਜਾ ਕਰਦੇ ਸੀ, ਪਰ ਇੰਨਾ ਨਹੀਂ ਕਿ ਉਹਨਾਂ ਦੀ ਲਾਈਫ ਵਿੱਚ ਰਿਲੀਜੀਅਸ ਐਲੀਮੈਂਟ ਬਹੁਤ ਜ਼ਿਆਦਾ ਡੋਮੀਨੈਂਟ ਸੀ। ਤਾਂ ਆਮ ਤੌਰ 'ਤੇ ਉਹਨਾਂ ਦੀ ਸਿਵਲਾਈਜੇਸ਼ਨ ਸੈਕੂਲਰ ਸੀ, ਧਰਮ ਨਿਰਪੇਖ ਸੀ। ਸਹੀ ਹੈ ਜੀ। ਡਿਊਰਿੰਗ ਦਿਸ ਪੀਰੀਅਡ ਕਾਟਨ ਵਾਜ਼ ਯੂਜ਼ਡ ਫॉर ਮੈਨੂਫੈਕਚਰਿੰਗ ਟੈਕਸਟਾਈਲਸ ਇਨ ਇੰਡੀਆ। ਉਸ ਸਮੇਂ ਕੱਪੜੇ ਬਣਾਉਣ ਲਈ ਕਪਾਹ ਦਾ, ਕਾਟਨ ਦਾ ਯੂਜ਼ ਕੀਤਾ ਜਾਂਦਾ ਸੀ। ਇਹ ਵੀ ਸਹੀ ਹੈ ਕਿਉਂਕਿ ਉਹ ਲੋਕ ਕਾਟਨ ਦੇ ਬਣੇ ਕੱਪੜੇ ਪਾਉਂਦੇ ਸੀ। ਅਤੇ ਮੇਹਰਗੜ੍ਹ ਵਿੱਚ ਇਸ ਤੋਂ ਪਹਿਲਾਂ ਮੇਹਰਗੜ੍ਹ ਜਾਂ ਇੱਧਰ ਹੋਰ ਸਾਈਡਾਂ ਵਿੱਚ ਕਾਟਨ ਦੇ ਉਹ ਮਿਲੇ ਆ ਜੀ, ਵੀ ਹਾਂ ਵੀ ਕਾਟਨ ਪੈਦਾ ਕੀਤਾ ਜਾਂਦਾ ਸੀ। ਸਿੰਪਲੀ ਤੁਸੀਂ ਕਹੋ ਕਿ ਹਾਂ ਵੀ ਕਾਟਨ ਉਹ ਮੈਨੂਫੈਕਚਰ ਕਰਦੇ ਸੀ, ਯੂਜ਼ ਕਰਕੇ ਕਾਟਨ ਦਾ ਕੱਪੜੇ ਬਣਾਉਂਦੇ ਸੀ। ਤਾਂ ਆਨਸਰ ਕੀ ਹੋ ਗਿਆ ਜੀ? ਦੋਨੋਂ ਸਟੇਟਮੈਂਟਾਂ ਕਰੈਕਟ ਆ। 83 ਦੇਖੋ ਜੀ, ਦਾ ਧਰਮ ਐਂਡ ਰੀਤ, ਧਰਮ ਤੇ ਰੀਤ depict a central idea of ancient Vedic civilization of India। ਵੈਦਿਕ ਸਿਵਲਾਈਜੇਸ਼ਨ, ਪ੍ਰਾਚੀਨ ਵੈਦਿਕ ਸਿਵਲਾਈਜੇਸ਼ਨ, ਵੈਦਿਕ ਸੱਭਿਆਚਾਰ ਦਾ ਪ੍ਰਮੁੱਖ ਆਈਡੀਆ ਸਨ, ਪ੍ਰਮੁੱਖ ਇੱਕ ਹਿਸਾਬ ਨਾਲ ਇਹ ਕੰਸੈਪਟ ਸੀ ਉਹਨਾਂ ਵਿੱਚ ਧਰਮ ਤੇ ਰੀਤ ਦਾ। ਇਨ ਦਿਸ ਕੰਟੈਕਸਟ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਆਹ ਸਟੇਟਮੈਂਟਸ ਨੂੰ ਅਸੀਂ ਹੁਣ ਵਿਚਾਰ ਕਰਦੇ ਹਾਂ ਜੀ। ਦੇਖੋ ਧਰਮ ਪਹਿਲਾਂ ਸਮਝ ਲਈਏ। ਪਹਿਲਾਂ ਧਰਮ ਹੁੰਦਾ ਜਿਹਦੀ ਜਿਸ ਤਰ੍ਹਾਂ ਤੁਹਾਡਾ ਪੁੱਤਰ ਧਰਮ, ਤੁਹਾਡਾ ਪਿਤਾ ਧਰਮ, ਪਤਨੀ ਧਰਮ, ਠੀਕ ਹੈ ਨਾ, ਤੁਹਾਡੀ ਕਾਸਟ ਦੇ ਹਿਸਾਬ ਨਾਲ, ਤੁਹਾਡੇ ਵਰਣ ਦੇ ਹਿਸਾਬ ਨਾਲ ਧਰਮ, ਵੀ ਮੇਰੀ ਇਹ ਡਿਊਟੀ ਆ, ਠੀਕ। ਫਿਰ ਇੱਕ ਹੁੰਦਾ ਜੀ ਤੁਹਾਡੀ ਜੀਵਨ ਦੇ ਵਿੱਚ ਜੇ ਕੋਈ ਬ੍ਰਹਮਚਾਰੀ ਆ ਉਹਦਾ ਇੱਕ ਆਪਣਾ ਧਰਮ ਹੈ ਨਾ, ਇੱਕ ਗ੍ਰਸਤੀ ਆ ਉਹਦਾ ਇੱਕ ਆਪਣਾ ਧਰਮ, ਕੋਈ ਬਨਵਾਸੀ ਆ ਉਹਦਾ ਆਪਣਾ ਧਰਮ, ਫਿਰ ਸੰਨਿਆਸੀ, ਇਹ ਸਾਰਿਆਂ ਦੇ ਆਪਣੇ ਆਪਣੇ ਧਰਮ ਆ, ਮਤਲਬ ਕਰਤੱਵ ਆ। ਫਿਰ ਜਦੋਂ ਕਰਤੱਵ ਡਿਊ ਕੋਰਸ ਆਫ ਟਾਈਮ ਵਿੱਚ ਜ਼ਿਆਦਾ ਪੱਕ ਜਾਂਦੇ ਆ, ਹਰ ਕਿਸੇ ਨੂੰ ਪਾਲਣ ਕਰਨਾ ਪੈਂਦਾ, ਉਹਨੂੰ ਕਹਿੰਦੇ ਜੀ ਹੁਣ ਇਹ ਰੀਤ ਬਣ ਗਈ ਆ, ਇਹ ਰੀਤ ਬਣ ਗਈ ਆ, ਪਰੰਪਰਾ ਬਣ ਗਈ ਆ, ਰੀਤ ਬਣ ਗਈ ਆ। ਹੁਣ ਆਪਾਂ ਪੜ੍ਹਦੇ ਹਾਂ ਇਹਨਾਂ ਬਾਰੇ ਕੀ ਪੁੱਛਿਆ ਗਿਆ ਆ, ਕਿਹੜੀ ਸਟੇਟਮੈਂਟ ਸਹੀ ਆ ਉਹ ਆਪਾਂ ਦੇਖਣੀ ਆ। ਧਰਮਾ ਵਾਜ਼ ਏ ਕਨਸੈਪਸ਼ਨ ਆਫ ਆਬਲੀਗੇਸ਼ਨ। ਆਬਲੀਗੇਸ਼ਨ ਮਤਲਬ ਤੁਹਾਡੇ ਆਹ ਕਰਤੱਵ ਆ, ਧਰਮ ਦਾ ਮਤਲਬ ਤੁਹਾਡੇ ਆਹ ਕਰਤੱਵ ਆ। ਐਂਡ ਆਫ ਦਾ ਡਿਸਚਾਰਜ ਆਫ ਵਨਸ ਡਿਊਟੀਜ਼ ਟੂ ਵਨ ਸੈਲਫ ਐਂਡ ਟੂ ਅਦਰਸ, ਵੀ ਤੁਸੀਂ ਆਪਣੇ ਕਰਤੱਵ ਕਰਨੇ ਆ ਆਪਣੇ ਲਈ ਵੀ ਤੇ ਦੂਸਰਿਆਂ ਲਈ ਵੀ। ਸਹੀ ਗੱਲ ਹੈ। ਦੂਸਰਿਆਂ ਲਈ ਕੀ ਹੋਇਆ? ਜਿਹੜਾ ਪੁੱਤਰ ਧਰਮ, ਪਿਤਾ ਧਰਮ, ਉਹ ਕੀ ਹੈ? ਦੂਸਰਿਆਂ ਲਈ। ਪੁੱਤਰ ਧਰਮ ਹੈਗਾ ਪਿਤਾ ਲਈ, ਪਿਤਾ ਧਰਮ ਹੈਗਾ ਪੁੱਤਰ ਲਈ। ਇਸ ਤਰ੍ਹਾਂ ਦੇ ਮਤਲਬ ਦੂਸਰਿਆਂ ਲਈ ਵੀ ਇਹ ਧਰਮ ਹੈ। ਵਨ ਸੈਲਫ ਦਾ ਮਤਲਬ ਜਿੱਦਾਂ ਮੈਂ ਦੱਸਿਆ ਕਿ ਬ੍ਰਹਮਚਾਰੀ ਲਈ ਆਪਣੇ ਧਰਮ, ਉਹਦਾ ਆਪਣਾ ਕਰਤੱਵ ਆ, ਸੰਨਿਆਸੀ ਲਈ ਆਪਣਾ ਕਰਤੱਵ ਆ। ਤੇ ਇਹ ਕੀ ਹੈ? ਡਿਊਟੀਆਂ। ਇਹ ਗੱਲ ਤਾਂ ਸਹੀ ਹੈ ਜੀ, ਇਹ ਗੱਲ ਸਹੀ ਆ। ਰੀਤਾ ਵਾਜ਼ ਦਾ ਫੰਡਾਮੈਂਟਲ ਮੋਰਲ ਲਾਅ ਗਵਰਨਿੰਗ ਦਾ ਫੰਕਸ਼ਨਿੰਗ ਆਫ ਦਾ ਯੂਨੀਵਰਸ ਐਂਡ ਆਲ ਇਟ ਕੰਟੇਨਡ। ਰੀਤ ਕੀ ਆ? ਰੀਤ ਕਹਿੰਦੇ ਨਾ, ਰੀਤ ਹੁਣ ਇਹ ਰੀਤ ਬਣ ਗਈ ਜੀ, ਅਸੀਂ ਰੀਤ ਨੂੰ ਤੋੜ ਨਹੀਂ ਸਕਦੇ। ਕਿਉਂ? ਕਿਉਂਕਿ ਇਹ ਬੇਸਿਕ ਮੋਰਲ ਲਾਅ ਆ, ਅਸੀਂ ਇਹਨੂੰ ਤੋੜ ਨਹੀਂ ਸਕਦੇ। ਇਹ ਜੇ ਤੋੜਾਂਗੇ ਤਾਂ ਇਹਦੇ ਹਿਸਾਬ ਨਾਲ ਤਾਂ ਪੂਰਾ ਯੂਨੀਵਰਸ ਤੇ ਚੱਲਦਾ ਪਿਆ। ਇਹ ਕੰਸੈਪਟ ਦਿੱਤਾ ਜਾਂਦਾ ਸੀ ਜੀ ਕਿ ਰੀਤ ਨੂੰ ਤੋੜਿਆ ਨਹੀਂ ਜਾ ਸਕਦਾ, ਕਿਉਂਕਿ ਇਹ ਪੂਰੇ ਬ੍ਰਹਿਮੰਡ ਦਾ ਬੇਸਿਕ ਨਿਯਮ ਹੁੰਦੇ ਆ। ਪਹਿਲਾਂ ਪੜ੍ਹ ਲਈਏ ਥੋੜ੍ਹੀ ਵਿਆਖਿਆ। ਰੀਤ ਕੁਦਰਤ ਦੁਆਰਾ ਨਿਯਮਿਤ ਆਦੇਸ਼ ਨੂੰ ਦਰਸਾਉਂਦਾ ਹੈ। ਇਹ ਕਹਿੰਦੇ ਸੀ ਜੀ ਦੇਖੋ ਜੀ, ਇਹ ਜਿਹੜੀ ਰੀਤ ਬਣੀ ਆ ਇਹ ਕੁਦਰਤ ਦੇ ਹਿਸਾਬ ਨਾਲ ਬਣੀ ਆ, ਆਪਾਂ ਇਹਨੂੰ ਉਲੰਘ ਨਹੀਂ ਸਕਦੇ। ਅਤੇ ਵੈਦਿਕ ਦੇਵਤਿਆਂ ਅਤੇ ਮਨੁੱਖਾਂ ਦੇ ਆਚਰਣ ਨਾਲ ਸੰਬੰਧਿਤ ਸੀ, ਵੀ ਤੁਹਾਡੇ ਉੱਤੇ ਆਹ ਰੂਲ ਲੱਗਦੇ ਆ, ਤੁਸੀਂ ਇਸ ਹਿਸਾਬ ਨਾਲ ਬਿਹੇਵ ਕਰਨਾ। ਰੀਤ ਨੂੰ ਤੱਤਾ ਆ ਬਾਅਦ ਵਿੱਚ ਧਰਮ ਵਿੱਚ ਬਦਲ ਦਿੱਤਾ ਗਿਆ ਅਤੇ ਇਹ ਕਾਨੂੰਨ ਦੇ ਸਿਧਾਂਤਾਂ ਦਾ ਇੱਕ ਵਧੇਰੇ ਸੂਝਵਾਨ ਰੂਪ ਸੀ। ਠੀਕ ਆ ਜੀ, ਜੋ ਵੀ ਹੈ ਰੀਤ ਧਰਮ, ਇਹ ਤੁਸੀਂ ਦੇਖ ਲੈਣਾ। ਆਨਸਰ ਕੀ ਹੈ ਜੀ? ਸੀ। ਦੋਨੋਂ ਸਹੀ ਆ। ਆਨਸਰ ਕੀ ਆ? ਸੀ। ਇਹਨਾਂ ਨੇ ਜੋ ਆਨਸਰ ਦਿੱਤਾ ਉਸ ਹਿਸਾਬ ਨਾਲ ਇਹ ਆ ਕਿ ਪਹਿਲਾਂ ਰੀਤ ਬਣਦੀ ਹੈ ਫਿਰ ਡਿਊਟੀ ਬਣਦੀ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਤੁਸੀਂ ਸਿੰਪਲ ਸਮਝਣਾ ਧਰਮ ਦਾ ਮਤਲਬ ਆ ਤਾਂ ਜਦੋਂ ਧਰਮ ਉਹ ਰੂਲ ਪੱਕ ਜਾਂਦੇ ਆ ਫਿਰ ਕਹਿੰਦੇ ਹੁਣ ਰੀਤ ਬਣ ਗਈ ਆ ਜੀ। ਰੀਤ ਹੋ ਗਿਆ ਯੂਨੀਵਰਸਲ ਲਾਅ ਕਹਿ ਦਿੰਦੇ ਆ, ਵੀ ਹਾਂ ਵੀ ਤੁਸੀਂ ਫੋਲੋ ਕਰਨੀ ਹੀ ਕਰਨੀ ਆ, ਬੇਸਿਕ ਲਾਅ ਜਿਹਦੇ ਹਿਸਾਬ ਨਾਲ ਬ੍ਰਹਮੰਡ ਚੱਲਦਾ। ਅੱਗੇ ਚੱਲਦੇ ਜੀ। ਅੱਛਾ ਇਹ ਵੀ ਗੱਲ ਹੈ ਨਾ, ਤੁਸੀਂ ਕੋਈ ਰੂਲ ਆ, ਕੋਈ ਰੀਤ ਆ, ਉਹਨੂੰ ਮਨਵਾਉਣਾ ਆ ਜਨਤਾ ਕੋਲੋਂ, ਤਾਂ ਫਿਰ ਕਹਾਣੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਕਿ ਦੇਖੋ ਜੀ ਦੇਖੋ ਇਹ ਤਾਂ ਬੇਸਿਕ ਆ, ਇਹਦੇ ਆਧਾਰ 'ਤੇ ਤਾਂ ਪੂਰਾ ਬ੍ਰਹਮੰਡ ਟਿਕਿਆ ਆ,
ਤੇ ਇਸ ਕਰਕੇ ਇਹ ਜਿਹੜਾ ਰੂਲ ਆ ਤੋੜਿਆ ਨਹੀਂ ਜਾ ਸਕਦਾ। ਤਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾ ਕੇ ਆਪਣੀ ਰੀਤ ਪੱਕੀ ਕਰ ਲਈ ਜਾਂਦੀ ਸੀ। ਅੱਗੇ ਚੱਲਦੇ ਹਾਂ। ਵਿਦ ਰੈਫਰੈਂਸ ਟੂ ਦਾ ਸਾਇੰਟੀਫਿਕ ਪ੍ਰੋਗਰਾਮਸ ਆਫ ਏਸ਼ੀਅੰਟ ਇੰਡੀਆ, ਪ੍ਰਾਚੀਨ ਭਾਰਤ ਵਿੱਚ ਸਾਇੰਟੀਫਿਕ ਪ੍ਰੋਗਰੈਸ ਦੀ ਗੱਲ ਹੋ ਰਹੀ ਆ। ਵਿਚ ਆਫ ਦਾ ਸਟੇਟਮੈਂਟਸ ਗਿਵਨ ਬਿਲੋ ਆਰ ਕਰੈਕਟ, ਕਿਹੜੀਆਂ ਸਟੇਟਮੈਂਟ ਸਹੀ ਆ, ਦੇਖਦੇ ਹਾਂ ਜੀ। Different kinds of specialized surgical instruments were in common use by 1st century AD, ਪਹਿਲੀ ਸ਼ਤਾਬਦੀ ਤੱਕ ਅਲੱਗ-ਅਲੱਗ ਪ੍ਰਕਾਰ ਦੇ ਸਰਜੀਕਲ ਇੰਸਟਰੂਮੈਂਟ ਯੂਜ਼ ਕੀਤੇ ਜਾਂਦੇ ਸੀ। ਹੋ ਸਕਦਾ, ਨਹੀਂ ਵੀ ਹੋ ਸਕਦਾ। Transplant of internal organs in the human body had begun by the beginning of the 3rd century AD, ਤੀਸਰੀ ਸ਼ਤਾਬਦੀ ਤੱਕ ਸਾਡੇ ਅੰਦਰੂਨੀ ਅੰਗਾਂ ਦੀ ਟ੍ਰਾਂਸਪਲਾਂਟ ਵਾਲਾ ਜਿਹੜਾ ਕੰਮ ਸੀ ਉਹ ਵੀ ਸ਼ੁਰੂ ਹੋ ਗਿਆ ਸੀ। ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। Concept of sine of an angle was known in the 5th century AD, ਕਿਸੇ ਐਂਗਲ ਦੇ ਸਾਈਨ ਦੀ ਵੈਲਿਊ ਕਿੰਨੀ ਹੁੰਦੀ ਆ ਉਹ 5ਵੀਂ ਸ਼ਤਾਬਦੀ ਤੱਕ ਵੀ ਸਾਨੂੰ ਪਤਾ ਲੱਗ ਗਈ ਸੀ। ਇਹ ਮੈਥਮੈਟਿਕਸ ਹੁੰਦਾ ਨਾ ਜੀ, ਸਾਈਨ ਕੋਸ ਵਗੈਰਾ। ਹੋ ਸਕਦਾ, ਨਹੀਂ ਵੀ ਹੋ ਸਕਦਾ। Concept of cyclic quadrilateral was known in the 7th century AD, 7ਵੀਂ ਸ਼ਤਾਬਦੀ ਵਿੱਚ ਸਾਈਕਲਿਕ ਕੁਆਡਰੀਲੇਟਰ, ਇੱਕ ਸਰਕਲ ਦੇ ਵਿੱਚ ਕੋਈ ਅਲੱਗ-ਅਲੱਗ ਭੁਜਾਵਾਂ ਵਾਲਾ ਕੁਛ ਹੈਗਾ ਆ ਜੀ, ਕੁਆਡਰੀਲੇਟਰ ਆ, ਇੱਕ ਚਤੁਰਭੁਜ ਆ, ਤੇ ਉਹਦੇ ਬਾਰੇ ਵੀ ਕੰਸੈਪਟ ਸਾਨੂੰ ਚੰਗੀ ਤਰ੍ਹਾਂ ਪਤਾ ਸੀ। ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਕਰੈਕਟ ਆਨਸਰ ਲੱਭਣਾ ਆ। ਹੁਣ ਤੁਸੀਂ ਮਨ ਵਿੱਚ ਇਹ ਰੱਖਣਾ ਕਿ ਅਸੀਂ ਸਾਇੰਟੀਫਿਕ ਪ੍ਰੋਗਰੈਸ ਕਾਫੀ ਕਰ ਲਈ ਸੀ, ਤੇ ਵੈਸੇ ਵੀ ਇਹ ਤੁਸੀਂ ਦੇਖਣਾ ਕਿ ਜਿਹੜੇ ਸਾਇੰਸ ਵਾਲੇ ਪ੍ਰਸ਼ਨ ਆ ਰਹੇ ਨਾ ਉਹਦੇ ਆਨਸਰ ਜਨਰਲੀ ਸਹੀ ਹੁੰਦੇ ਆ ਸਾਰੇ ਦੇ ਸਾਰੇ। ਪਰ ਤੁਸੀਂ ਧਿਆਨ ਰੱਖਣਾ, ਇੱਕ ਦੋ ਕਈ ਵਾਰ ਬਿਲਕੁਲ ਔਡ ਜਿਹਾ ਲੱਗੇ ਨਾ ਉਹ ਗਲਤ ਹੁੰਦੇ ਆ। ਸਾਈਨ ਐਂਗਲ ਸਾਨੂੰ ਪਤਾ ਸੀ, ਤੁਸੀਂ ਕਹਿਣਾ ਹਾਂ ਵੀ ਪਤਾ ਹੀ ਸੀ, ਇਹ ਕੋਈ ਇੰਨੀ ਵੱਡੀ ਗੱਲ ਨਹੀਂ, ਮਤਲਬ ਕਿ ਅਸੀਂ ਕਾਫੀ ਪ੍ਰੋਗਰੈਸ ਕਰ ਲਈ ਸੀ, ਇਹ ਸਾਨੂੰ ਪਤਾ ਹੀ ਹੋਏਗਾ। ਆਹ ਸਾਈਕਲਿਕ ਕੁਆਡਰੀਲੇਟਰ ਵਾਲਾ ਕੰਸੈਪਟ ਵੀ ਸਾਨੂੰ ਪਤਾ ਸੀ। ਤੇ ਸਰਜੀਕਲ ਇੰਸਟਰੂਮੈਂਟ ਬਾਰੇ ਸਾਨੂੰ ਪਤਾ ਸੀ, ਹਾਂਜੀ ਪਤਾ ਸੀ। ਇੱਥੇ ਇੱਕ ਘੁੰਡੀ ਅੜਦੀ ਆ ਕਿ ਅਸੀਂ ਇੰਟਰਨਲ ਔਰਗਨਸ ਦੀ ਟ੍ਰਾਂਸਪਲਾਂਟ ਬਾਰੇ ਜਾਣਦੇ ਸੀ। ਦੇਖੋ ਜੀ, ਕਈ ਕੋਚਿੰਗ ਨੇ ਆਨਸਰ ਇਹਦਾ ਦਿੱਤਾ ਆ ਕਿ ਇਹ ਗਲਤ ਆ, ਅਸੀਂ ਨਹੀਂ ਜਾਣਦੇ ਸੀ, ਪਰ ਜ਼ਿਆਦਾਤਰ ਨੇ ਆਨਸਰ ਦਿੱਤਾ ਨਹੀਂ। ਸੁਸ਼ਰੂਤ ਸੰਹਿਤਾ ਵਿੱਚ ਇਹ ਗੱਲ ਲਿਖੀ ਗਈ ਆ ਕਿ ਅਸੀਂ ਇੰਟਰਨਲ ਔਰਗਨਸ ਦੀ ਟ੍ਰਾਂਸਫਰ ਵੀ ਕਰ ਸਕਦੇ ਹਾਂ। ਇਹ ਗੱਲ ਸਹੀ ਆ, ਜ਼ਿਆਦਾਤਰ ਕੋਚਿੰਗ ਨੇ ਸਹੀ ਲਿਖਿਆ। ਤਾਂ ਆਨਸਰ ਕੀ ਹੋ ਗਿਆ, ਸਾਰੇ ਦੇ ਸਾਰੇ ਸਹੀ, 1 2 3 4। ਅੱਗੇ ਦੇਖੋ ਜੀ। ਵਿਦ ਰੈਫਰੈਂਸ ਟੂ ਦਾ ਹਿਸਟਰੀ ਆਫ ਏਸ਼ੀਅੰਟ ਇੰਡੀਆ, ਪ੍ਰਾਚੀਨ ਭਾਰਤ ਦੇ ਇਤਿਹਾਸ ਦੇ ਸੰਬੰਧ ਵਿੱਚ ਜੇ ਗੱਲ ਕਰੀਏ, ਵਿਚ ਆਫ ਦਾ ਫੋਲੋਇੰਗ ਵਾਜ਼ ਵਰ ਕਾਮਨ ਟੂ ਬੋਥ ਬੁੱਧਿਜ਼ਮ ਐਂਡ ਜੈਨਿਜ਼ਮ, ਜੈਨ ਤੇ ਬੁੱਧ ਧਰਮ ਵਿੱਚ ਕਾਮਨ ਕੀ ਸੀ? ਇਹ ਪ੍ਰਸ਼ਨ ਰਿਪੀਟ ਹੋ ਗਿਆ ਜੀ। ਦੇਖੋ ਡਿਟੋ ਪ੍ਰਸ਼ਨ ਰਿਪੀਟ ਹੋ ਗਿਆ। ਕਰੈਕਟ ਲੱਭਣਾ ਆਪਣਾ। ਅਵੋਇਡੈਂਸ ਆਫ ਐਕਸਟ੍ਰੀਮਿਟੀਜ਼ ਆਫ ਪੀਨੈਂਸ ਐਂਡ ਐਂਜੋਇਮੈਂਟ, ਪੀਨੈਂਸ ਹੁੰਦੀ ਤਪੱਸਿਆ, ਇੰਜੋਇਮੈਂਟ ਹੁੰਦਾ ਆਨੰਦ ਲੈਣਾ। ਤੇ ਬੁੱਧ ਧਰਮ ਕਹਿੰਦਾ ਨਾ ਤਾਂ ਬਹੁਤਾ ਜ਼ਿਆਦਾ ਤਪੱਸਿਆ ਕਰਨੀ ਆ, ਆਪਣੇ ਸਰੀਰ ਨੂੰ ਕਸ਼ਟ ਦੇਣਾ, ਨਾ ਹੀ ਬਹੁਤ ਆਨੰਦ ਵਿੱਚ ਜਾਣਾ। ਕੀ ਕਰਨਾ ਆ, ਮੱਧਿਅਮ ਮਾਰਗ ਚੱਲਣਾ, ਮੱਧਿਅਮ ਮਾਰਗ। ਇਸ ਕਰਕੇ ਐਕਸਟ੍ਰੀਮ ਨੂੰ ਅਵੋਇਡ ਕਰਨਾ। ਇਹ ਕੰਮ ਬੁੱਧ ਵਿੱਚ ਤਾਂ ਹੈ, ਪਰ ਇਹ ਕੰਮ ਜੈਨ ਵਿੱਚ ਨਹੀਂ ਆ। ਜੈਨ ਤਾਂ ਇਹ ਕਹਿੰਦੇ ਆ ਕਿ ਕੀ ਕਹਿੰਦੇ ਜੈਨ ਕਿ ਸਖਤ ਤੋਂ ਸਖਤ ਤਪੱਸਿਆ ਕਰਨੀ ਆ, ਸਖਤ ਤਪੱਸਿਆ, ਆਪਣੇ ਉੱਤੇ ਰੂਲ ਸਖਤ ਲਾਉਣੇ ਆ। ਇਸ ਕਰਕੇ ਇਹ ਪੁਆਇੰਟ ਹੋ ਗਿਆ ਗਲਤ। ਅਗਲੇ ਪੁਆਇੰਟ ਦੇਖ ਲਓ ਜੀ। ਇਨ ਡਿਫਰੈਂਸ ਟੂ ਦਾ ਅਥਾਰਟੀ ਆਫ ਦਾ ਵੇਦਾਸ, ਹਾਂ ਵੇਦ ਸੁਪਰੀਮ ਆ, ਇਹ ਗੱਲ ਦੇ ਇਹ ਦੋਨੋਂ ਵਿਰੋਧੀ ਸੀ। ਦੇਖੋ ਉਸ ਸਮੇਂ ਵੇਦਾਂ ਦਾ ਬਹੁਤ ਬੋਲਬਾਲਾ ਸੀ, ਤੇ ਜਿਹੜੇ ਵੇਦਾਂ ਨੂੰ ਜ਼ਿਆਦਾ ਮੰਨਦੇ ਸੀ, ਪ੍ਰਚਲਿਤ ਧਰਮ ਸੀ ਜਿਹੜਾ, ਉਹਨੂੰ ਕਹਿੰਦੇ ਜੀ ਆਰਥੋਡਾਕਸ ਰਿਲੀਜਨ। ਪਰ ਜਿਹੜੇ ਬਾਅਦ ਵਿੱਚ ਆਏ ਜੈਨ ਧਰਮ, ਬੁੱਧ ਧਰਮ, ਉਹਨਾਂ ਨੇ ਇਹ ਵੇਦਾਂ ਦੀ ਅਥਾਰਟੀ ਨੂੰ ਨਕਾਰਿਆ। ਇਸ ਕਰਕੇ ਉਹ ਸੀ ਹੈਟਰੋਡਾਕਸ। ਤੇ ਜੈਨ ਤੇ ਬੁੱਧ ਦੋਨੋਂ ਧਰਮਾਂ ਨੇ ਵੇਦਾਂ ਦੀ ਅਥਾਰਟੀ ਨੂੰ ਨਕਾਰਿਆ। ਇਹ ਗੱਲ ਤਾਂ ਸਹੀ ਹੈ ਜੀ। ਡਿਨਾਇਲ ਆਫ ਐਫੀਕੇਸੀ ਆਫ ਰਿਚੁਅਲਸ, ਇਹ ਵੀ ਗੱਲ ਹੈ ਜੀ ਕਿ ਜਿਹੜੇ ਕਰਮ ਕਾਂਡ ਸੀ ਨਾ, ਫੁੱਕੇ ਕਰਮ ਕਾਂਡ ਸੀ ਜਿਹੜੇ ਉਸ ਸਮੇਂ ਬਹੁਤ ਪ੍ਰਚਲਿਤ ਸੀ, ਉਹਨਾਂ ਦਾ ਵਿਰੋਧ ਕੀਤਾ ਜੈਨੀਆਂ ਤੇ ਬੋਧੀਆਂ ਦੋਵਾਂ ਨੇ। ਇਸ ਕਰਕੇ ਤੀਸਰਾ ਵੀ ਸਹੀ ਆ। ਆਨਸਰ ਹੋ ਗਿਆ ਜੀ 2 ਐਂਡ 3 ਆਰ ਸਹੀ। ਇਸ ਕਰਕੇ ਬੀ ਆਨਸਰ ਆ, 2 ਐਂਡ 3 ਬੋਥ ਆਰ ਟਰੂ। ਠੀਕ ਹੈ ਜੀ, ਅੱਜ ਲਈ ਨਹੀਂ ਰੱਖਦੇ, ਬਾਕੀ ਨੈਕਸਟ ਕਲਾਸ ਕਰਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।